बहुत ही ਰਿਸਪੈਕਟਡ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ 8th ਸਾਇੰਸ ਲੈਸਨ ਨੰਬਰ 7 ਕੰਜ਼ਰਵੇਸ਼ਨਸ ਆਫ ਪਲਾਂਟਸ ਐਂਡ ਐਨੀਮਲਸ ਪੌਦਿਆਂ ਅਤੇ ਜੰਤੂਆਂ ਦਾ ਸੰਰਖਣ ਦੀ ਫੁੱਲ ਐਕਸਰਸਾਈਜ਼ ਜੋ ਕਿ ਸੋਲਵ ਕੀਤੀ ਹੋਈ ਹੈ ਅਤੇ ਐਕਸਪਲੇਨ ਕੀਤੀ ਹੋਈ ਹੈ ਸਾਂਝੀ ਕਰਨ ਜਾ ਰਿਹਾ ਹਾਂ। ਉਸ ਨੂੰ ਸਮਝਣ ਲਈ ਇਸ ਵੀਡੀਓ ਨੂੰ ਅਖੀਰ ਤੱਕ ਵੇਖਣਾ। ਹਾਂਜੀ, ਲੈਸਨ ਨੰਬਰ 7 ਪੌਦਿਆਂ ਅਤੇ ਜੰਤੂਆਂ ਦਾ ਸੰਰਖਣ। ਸਭ ਤੋਂ ਪਹਿਲੇ ਇਹਦੀਆਂ ਖਾਲੀ ਥਾਵਾਂ ਭਰਾਂਗੇ। ਨੰਬਰ 1 ਤੇ ਉਹ ਖੇਤਰ ਜਿੱਥੇ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਨੂੰ ਕਹਿੰਦੇ ਹਨ। ਹਾਂਜੀ, ਇਸ ਦਾ ਉੱਤਰ ਆਏਗਾ ਜੰਗਲੀ ਜੀਵਨ ਰੱਖਾਂ। ਉਹ ਪ੍ਰਜਾਤੀਆਂ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਹੀ ਪਾਈਆਂ ਜਾਂਦੀਆਂ ਹਨ ਨੂੰ ਕਹਿੰਦੇ ਹਨ ਖਾਸ ਸਥਾਨਕ ਪ੍ਰਜਾਤੀਆਂ ਜਾਂ ਦੁਰਲੱਭ ਪ੍ਰਜਾਤੀਆਂ। ਈੜੀ ਪ੍ਰਵਾਸੀ ਪੰਛੀ ਆਪਣੇ ਕੁਦਰਤੀ ਆਵਾਸ ਸਥਾਨ ਨੂੰ ਤੋਂ ਡੈਸ਼ ਵਿੱਚ ਭਰਾਂਗੇ ਆਪਾਂ ਜਲਵਾਯੂ ਵਿੱਚ ਪਰਿਵਰਤਨ ਦੇ ਕਾਰਨ ਦੂਰ ਦਰੇਡੇ ਸਥਾਨਾਂ ਵੱਲ ਪ੍ਰਵਾਸ ਕਰਦੇ ਹਨ। ਇਸ ਵਿੱਚ ਖਾਲੀ ਤਾਂ ਭਰਾਂਗੇ ਜਲਵਾਯੂ। ਪ੍ਰਸ਼ਨ ਨੰਬਰ 2 ਹੇਠ ਲਿਖਿਆਂ ਵਿੱਚ ਅੰਤਰ ਸਪਸ਼ਟ ਕਰੋ। ਕਾਹਦੇ ਵਿੱਚ ਆਪਾਂ ਅੰਤਰ ਦੱਸਣਾ ਹੈ ਜੀ? ਜੰਗਲੀ ਜੀਵ ਰੱਖਾਂ ਅਤੇ ਜੀਵ ਮੰਡਲ ਰਿਜ਼ਰਵ, ਚਿੜੀਆ ਘਰ ਅਤੇ ਜੰਗਲੀ ਜੀਵ ਰੱਖਾਂ, ਸੰਕਟਕਾਰਨ ਪ੍ਰਜਾਤੀਆਂ ਤੋਂ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ, ਪੌਦਾ ਜਗਤ ਅਤੇ ਪ੍ਰਾਣੀ ਜਗਤ ਵਿੱਚ ਅੰਤਰ। ਹੁਣ ਇਹਨਾਂ ਸਾਰਿਆਂ ਦੇ ਵਿੱਚ ਆਪਾਂ ਜਿਹੜਾ ਹੈ ਡਿਫਰੈਂਸ ਕਰਾਂਗੇ। ਸਭ ਤੋਂ ਪਹਿਲੇ ਆਪਾਂ ਕਰਨ ਜਾ ਰਹੇ ਹਾਂ ਜੰਗਲੀ ਜੀਵਨ ਰੱਖਾਂ ਅਤੇ ਜੀਵ ਮੰਡਲ ਰਿਜ਼ਰਵ। ਹਾਂਜੀ, ਜੰਗਲੀ ਜੀਵਨ ਰੱਖਾਂ ਦੇ ਵਿੱਚ ਆਏਗਾ ਉਹ ਖੇਤਰ ਜਿੱਥੇ ਕੇਵਲ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਨੂੰ ਜੰਗਲੀ ਜੀਵਨ ਰੱਖਾਂ ਕਹਿੰਦੇ ਹਨ। ਅੱਗੇ ਹੈ ਜੀ ਜੀਵ ਮੰਡਲ ਰਿਜ਼ਰਵ, ਉਹ ਖੇਤਰ ਜਿੱਥੇ ਜੰਗਲੀ ਜੀਵ ਅਤੇ ਪੌਦਿਆਂ ਨੂੰ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ। ਅੱਗੇ ਜੰਗਲੀ ਜੀਵਨ ਰੱਖ ਜੀਵ ਮੰਡਲ ਰਿਜ਼ਰਵ ਦਾ ਹਿੱਸਾ ਹੋ ਸਕਦੀਆਂ ਹਨ। ਜੀਵ ਮੰਡਲ ਰਿਜ਼ਰਵ ਇੱਕ ਵਿਸ਼ਾਲ ਖੇਤਰ ਹੁੰਦਾ ਹੈ। ਅੱਗੇ ਚਿੜੀਆ ਘਰ ਅਤੇ ਜੰਗਲੀ ਜੀਵਨ ਰੱਖਾਂ ਵਿੱਚ ਅੰਤਰ। ਚਿੜੀਆ ਘਰ ਉਹ ਖੇਤਰ ਹੁੰਦੇ ਹਨ ਜਿੱਥੇ ਜੰਗਲੀ ਜੀਵਾਂ ਨੂੰ ਲੋਕਾਂ ਦੇ ਮਨੋਰੰਜਨ ਲਈ ਬਣਾਉਟੀ ਆਵਾਸ ਵਿੱਚ ਰੱਖਿਆ ਜਾਂਦਾ ਹੈ। ਜੰਗਲੀ ਜੀਵਨ ਰੱਖਾਂ ਉਹ ਖੇਤਰ ਜਿੱਥੇ ਕੇਵਲ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਨੂੰ ਜੰਗਲੀ ਜੀਵਨ ਰੱਖਾਂ ਕਹਿੰਦੇ ਹਨ। ਸੰਕਟਕਾਰਨ ਪ੍ਰਜਾਤੀਆਂ ਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ। ਸੰਕਟਕਾਰਨ ਪ੍ਰਜਾਤੀਆਂ ਉਹ ਪ੍ਰਜਾਤੀਆਂ ਹਨ ਜੋ ਭਵਿੱਖ ਵਿੱਚ ਖਤਮ ਹੋ ਸਕਦੀਆਂ ਹਨ ਜਿਵੇਂ ਬਾਘ। ਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਉਹ ਪ੍ਰਜਾਤੀਆਂ ਹਨ ਜਿਨ੍ਹਾਂ ਦੀ ਹੋਂਦ ਧਰਤੀ ਤੋਂ ਖਤਮ ਹੋ ਚੁੱਕੀ ਹੈ। ਉਦਾਹਰਨ ਵਜੋਂ ਜਿਵੇਂ ਡਾਇਨਾਸੌਰਸ ਹੁੰਦਾ ਨਾ, ਡਾਇਨਾਸੌਰਸ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਵਿੱਚ ਆਉਂਦਾ ਆ, ਜਦ ਕਿ ਬਾਘ ਜਿਹੜਾ ਹੈ ਉਹ ਸੰਕਟਕਾਲੀਨ ਪ੍ਰਜਾਤੀਆਂ ਵਿੱਚ ਆਉਂਦਾ ਹੈ। ਪੌਦਾ ਜਗਤ ਅਤੇ ਪ੍ਰਾਣੀ ਜਗਤ ਵਿੱਚ ਅੰਤਰ। ਪੌਦਾ ਜਗਤ ਕਿਸੇ ਭੂਗੋਲਿਕ ਖੇਤਰ ਦੇ ਸਾਰੇ ਪੌਦਾ ਜਗਤ ਬਣਾਉਂਦੇ ਹਨ। ਹਾਂਜੀ, ਕੀ ਹੈ? ਕਿਸੇ ਭੂਗੋਲਿਕ ਖੇਤਰ ਦੇ ਸਾਰੇ ਪੌਦਾ ਜਗਤ ਬਣਾਉਂਦੇ ਹਨ, ਜਦ ਕਿ ਕਿਸੇ ਭੂਗੋਲਿਕ ਖੇਤਰ ਦੇ ਸਾਰੇ ਜੰਤੂ ਸਮੇਤ ਮਨੁੱਖ ਪ੍ਰਾਣੀ ਜਗਤ ਬਣਾਉਂਦੇ ਹਨ। ਉਦਾਹਰਨ ਜਿਹੜੀ ਪੌਦਾ ਜਗਤ ਦੀ ਉਦਾਹਰਨ ਹੈ ਜਿਵੇਂ ਅੰਬ, ਬੋਹੜ ਆਦਿ, ਅਤੇ ਪ੍ਰਾਣੀ ਜਗਤ ਦੀ ਉਦਾਹਰਨ ਹੈ ਜਿਵੇਂ ਮਨੁੱਖ, ਬਿੱਲੀ, ਸ਼ੇਰ ਆਦਿ। ਪ੍ਰਸ਼ਨ ਨੰਬਰ 3 ਜੰਗਲਾਂ ਦੀ ਕਟਾਈ ਦੇ ਕਾਰਨ ਹੇਠ ਲਿਖਿਆਂ 'ਤੇ ਕੀ ਪ੍ਰਭਾਵ ਪੈਂਦਾ ਹੈ? ਵਿਚਾਰ ਵਟਾਂਦਰਾ ਕਰੋ। ਜੰਗਲੀ ਜੀਵਨ ਜੰਗਲਾਂ ਦੀ ਕਟਾਈ ਕਾਰਨ ਜੰਗਲੀ ਜੀਵਾਂ ਦੇ ਆਵਾਸ ਸਥਾਨ ਖਤਮ ਹੋ ਜਾਣਗੇ ਅਤੇ ਉਹਨਾਂ ਦੀ ਮੌਤ ਹੋਣੀ ਸ਼ੁਰੂ ਹੋ ਜਾਵੇਗੀ। ਦੂਜਾ ਵਾਤਾਵਰਨ ਜੰਗਲਾਂ ਦੀ ਕਟਾਈ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਜਾਵੇਗਾ, ਗਰਮੀ ਵੱਧ ਜਾਵੇਗੀ, ਵਰਖਾ ਘੱਟ ਜਾਵੇਗੀ, ਭੌਂ ਖੋਰ ਵੱਧ ਜਾਵੇਗਾ ਅਤੇ ਆਕਸੀਜਨ ਦਾ ਪੱਧਰ ਘੱਟ ਜਾਵੇਗਾ। ਪੇਂਡੂ ਖੇਤਰ ਜੰਗਲਾਂ ਦੇ ਨੇੜੇ ਹੋਣ ਕਾਰਨ ਜੰਗਲਾਂ ਦੀ ਕਟਾਈ ਨਾਲ ਜਾਨਵਰ ਪਿੰਡਾਂ ਵਿੱਚ ਜਾ ਕੇ ਨੁਕਸਾਨ ਕਰ ਸਕਦੇ ਹਨ। ਇਸ ਤੋਂ ਇਲਾਵਾ
ਜੰਗਲਾਂ ਦੀ ਕਟਾਈ ਨਾਲ ਪੇਂਡੂ ਖੇਤਰਾਂ ਵਿੱਚ ਭੋਜਨ, ਬਾਲਣ ਅਤੇ ਲੱਕੜੀ ਆਦਿ ਦੀ ਕਮੀ ਆ ਜਾਵੇਗੀ। ਸ਼ਹਿਰੀ ਖੇਤਰ, ਜੰਗਲਾਂ ਦੀ ਕਟਾਈ ਨਾਲ ਜਲਵਾਯੂ ਖਰਾਬ ਹੋ ਜਾਵੇਗੀ ਅਤੇ ਕੁਦਰਤੀ ਆਫਤਾਂ ਵਧਣ ਨਾਲ ਸ਼ਹਿਰੀ ਖੇਤਰ ਵੀ ਪ੍ਰਭਾਵਿਤ ਹੋਣਗੇ। ਅੱਗੇ ਧਰਤੀ, ਜੰਗਲਾਂ ਦੀ ਕਟਾਈ ਨਾਲ ਧਰਤੀ ਦਾ ਤਾਪਮਾਨ ਵੱਧ ਜਾਵੇਗਾ ਅਤੇ ਧਰਤੀ ਮਾਰੂਥਲ ਬਣ ਜਾਵੇਗੀ। ਪ੍ਰਸ਼ਨ ਨੰਬਰ 4, ਕੀ ਹੋਵੇਗਾ ਜੇ ਅਸੀਂ ਦਰੱਖਤਾਂ ਦੀ ਕਟਾਈ ਕਰਦੇ ਰਹੇ? ਹਾਂਜੀ, ਜੇ ਨੰਬਰ 1 'ਤੇ ਦਰੱਖਤਾਂ ਦੀ ਕਟਾਈ ਕਾਰਨ ਜੰਗਲੀ ਜੀਵਾਂ ਦੇ ਆਵਾਸ ਸਥਾਨ ਖਤਮ ਹੋ ਜਾਣਗੇ। ਦਰੱਖਤਾਂ ਦੀ ਕਟਾਈ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਜਾਵੇਗਾ, ਗਰਮੀ ਵੱਧ ਜਾਵੇਗੀ, ਵਰਖਾ ਘਟ ਜਾਵੇਗੀ, ਭੌਂ ਖੋਰ ਵੱਧ ਜਾਵੇਗਾ, ਆਕਸੀਜਨ ਦਾ ਪੱਧਰ ਘਟ ਜਾਵੇਗਾ ਅਤੇ ਨੰਬਰ 7 'ਤੇ ਕੁਦਰਤੀ ਆਫਤਾਂ ਜਿਵੇਂ ਹੜ੍ਹ, ਸੋਕਾ ਆਦਿ ਵੱਧ ਜਾਣਗੇ। ਅੱਗੇ ਐੜਾ, ਕਿਸੇ ਜੰਤੂ ਦਾ ਨਿਵਾਸ ਸਥਾਨ ਨਸ਼ਟ ਹੋ ਜਾਵੇ ਤਾਂ ਕੀ ਹੋਵੇਗਾ? ਇਸ ਦਾ ਉੱਤਰ ਹੈ ਆਵਾਸ ਸਥਾਨ ਨਸ਼ਟ ਹੋਣ ਨਾਲ ਜੰਤੂ ਬੇਘਰ ਹੋ ਕੇ ਮਰਨ ਲੱਗ ਜਾਣਗੇ। ਕੁਝ ਜੰਤੂਆਂ ਦੀਆਂ ਪ੍ਰਜਾਤੀਆਂ ਖਤਮ ਹੋ ਸਕਦੀਆਂ ਹਨ। ਈੜੀ, ਮਿੱਟੀ ਦੀ ਉੱਪਰਲੀ ਪਰਤ ਨੰਗੀ ਹੋ ਜਾਵੇ ਤਾਂ ਕੀ ਹੋਵੇਗਾ? ਉੱਤਰ, ਮਿੱਟੀ ਦੀ ਉੱਪਰਲੀ ਪਰਤ ਨੰਗੀ ਹੋਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਵੇਗੀ, ਮਿੱਟੀ ਵਿਚਲੇ ਮਿੱਤਰ ਸੂਖਮ ਜੀਵ ਮਰ ਜਾਣਗੇ ਅਤੇ ਮਿੱਟੀ ਵਿੱਚ ਨਮੀ ਦੀ ਮਾਤਰਾ ਘਟ ਜਾਵੇਗੀ। ਪ੍ਰਸ਼ਨ ਨੰਬਰ 5, ਸੰਖੇਪ ਵਿੱਚ ਉੱਤਰ ਦਿਓ। ਸਾਨੂੰ ਜੈਵ ਵਿਭਿੰਨਤਾ ਦਾ ਸੰਰਖਣ ਕਿਉਂ ਕਰਨਾ ਚਾਹੀਦਾ ਹੈ? ਕਿਉਂਕਿ ਜੈਵ ਵਿਭਿੰਨਤਾ ਪਰਿਸਥਿਤਿਕ ਸੰਤੁਲਨ ਬਣਾਉਂਦੀ ਹੈ ਅਤੇ ਇਹ ਕਵੀਆਂ ਅਤੇ ਆਰਟਿਸਟਾਂ ਲਈ ਪ੍ਰੇਰਨਾ ਸਰੋਤ ਹੈ। ਐੜਾ, ਸੁਰੱਖਿਅਤ ਕੀਤੇ ਜੰਗਲ ਦੀ ਜੰਗਲੀ ਜੀਵਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਕਿਉਂ? ਸੁਰੱਖਿਅਤ ਕੀਤੇ ਜੰਗਲ ਵੀ ਜੰਗਲੀ ਜੀਵਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਕਿਉਂ? ਉੱਤਰ ਹੈ ਇਸ ਦਾ ਕਿਉਂਕਿ ਜੰਗਲਾਂ ਵਿੱਚ ਸ਼ਿਕਾਰੀ ਜੰਤੂਆਂ ਦਾ ਸ਼ਿਕਾਰ ਕਰਦੇ ਹਨ। ਪ੍ਰਸ਼ਨ ਈੜੀ, ਕੁਝ ਆਦਿਵਾਸੀ ਜੰਗਲਾਂ ਉੱਪਰ ਨਿਰਭਰ ਕਰਦੇ ਹਨ। ਕਿਵੇਂ? ਕੁਝ ਆਦਿਵਾਸੀ ਭੋਜਨ, ਕੱਪੜੇ, ਆਵਾਸ ਅਤੇ ਹੋਰ ਜ਼ਰੂਰਤਾਂ ਲਈ ਜੰਗਲਾਂ ਉੱਪਰ ਨਿਰਭਰ ਕਰਦੇ ਹਨ। ਸੱਸਾ, ਜੰਗਲਾਂ ਦੀ ਕਟਾਈ ਦੇ ਕਾਰਨ ਅਤੇ ਪ੍ਰਭਾਵ ਲਿਖੋ। ਜੰਗਲਾਂ ਦੀ ਕਟਾਈ ਦੇ ਹੇਠ ਲਿਖੇ ਕਾਰਨ ਹਨ। ਨੰਬਰ 1, ਇਮਾਰਤੀ ਲੱਕੜੀ ਦੀ ਪ੍ਰਾਪਤੀ ਲਈ, ਸੜਕਾਂ ਅਤੇ ਡੈਮਾਂ ਦੇ ਨਿਰਮਾਣ ਲਈ, ਖੇਤੀਬਾੜੀ ਯੋਗ ਖੇਤਰ ਵਧਾਉਣ ਲਈ। ਜੰਗਲਾਂ ਦੀ ਕਟਾਈ ਦੇ ਪ੍ਰਭਾਵ। ਨੰਬਰ 1, ਜੰਗਲੀ ਜੀਵਾਂ ਦੇ ਆਵਾਸ ਸਥਾਨ ਖਤਮ ਹੋ ਜਾਣਗੇ, ਵਾਤਾਵਰਨ ਦਾ ਸੰਤੁਲਨ ਵਿਗੜ ਜਾਵੇਗਾ, ਗਰਮੀ ਵੱਧ ਜਾਵੇਗੀ, ਵਰਖਾ ਘਟ ਜਾਵੇਗੀ, ਭੌਂ ਖੋਰ ਵੱਧ ਜਾਵੇਗਾ, ਆਕਸੀਜਨ ਦਾ ਪੱਧਰ ਘਟ ਜਾਵੇਗਾ ਅਤੇ ਨੰਬਰ 7 'ਤੇ ਕੁਦਰਤੀ ਆਫਤਾਂ ਜਿਵੇਂ ਹੜ੍ਹ, ਸੋਕਾ ਆਦਿ ਵੱਧ ਜਾਣਗੇ। ਅੱਗੇ ਪ੍ਰਸ਼ਨ ਨੰਬਰ ਰੈੱਡ ਡਾਟਾ ਬੁੱਕ ਕੀ ਹੈ? ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਬੇਟੇ। ਰੈੱਡ ਡਾਟਾ ਬੁੱਕ ਇੱਕ ਅਜਿਹੀ ਕਿਤਾਬ ਹੈ ਜਿਸ ਵਿੱਚ ਸਾਰੀਆਂ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ। ਹਾਂਜੀ, ਕੀ ਹੈ ਰੈੱਡ ਡਾਟਾ ਬੁੱਕ? ਰੈੱਡ ਡਾਟਾ ਬੁੱਕ ਇੱਕ ਅਜਿਹੀ ਕਿਤਾਬ ਹੈ ਜਿਸ ਵਿੱਚ ਸਾਰੀਆਂ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ। ਕੱਕਾ, ਪ੍ਰਵਾਸ ਤੋਂ ਤੁਸੀਂ ਕੀ ਸਮਝਦੇ ਹੋ? ਉੱਤਰ, ਪ੍ਰਵਾਸ ਇੱਕ ਅਜਿਹੀ ਪ੍ਰਤੱਖ ਘਟਨਾ ਹੈ ਜਿਸ ਵਿੱਚ ਕੁਝ ਪ੍ਰਜਾਤੀਆਂ ਆਪਣੇ ਕੁਦਰਤੀ ਆਵਾਸ ਨੂੰ ਛੱਡ ਕੇ ਕਿਸੇ ਹੋਰ ਆਵਾਸ ਵੱਲ ਹਰ ਸਾਲ ਕਿਸੇ ਵਿਸ਼ੇਸ਼ ਸਮਾਂ ਅਵਧੀ ਤੱਕ, ਖਾਸ ਕਰਕੇ ਪ੍ਰਜਨਨ ਲਈ ਚਲੀਆਂ ਜਾਂਦੀਆਂ ਹਨ। ਨੰਬਰ 6, ਫੈਕਟਰੀਆਂ ਅਤੇ ਇਮਾਰਤਾਂ ਵਿੱਚ ਲੱਕੜ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ। ਕੀ ਇਹਨਾਂ ਯੋਜਨਾਵਾਂ ਲਈ ਦਰੱਖਤਾਂ ਦੀ ਕਟਾਈ ਜਾਇਜ਼ ਹੈ? ਇਸ ਕਥਨ ਉੱਪਰ ਵਿਚਾਰ ਵਟਾਂਦਰਾ ਕਰੋ ਅਤੇ ਸੰਖੇਪ ਵਿੱਚ ਰਿਪੋਰਟ ਤਿਆਰ ਕਰੋ। ਉੱਤਰ, ਫੈਕਟਰੀਆਂ ਅਤੇ ਇਮਾਰਤਾਂ ਵਿੱਚ ਲੱਕੜ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਜਾਇਜ਼ ਨਹੀਂ ਹੈ ਕਿਉਂਕਿ ਇਸ ਦੇ ਹੇਠ ਲਿਖੇ ਪ੍ਰਭਾਵ ਹਨ। ਨੰਬਰ 1, ਜੰਗਲੀ ਜੀਵਾਂ ਦੇ ਆਵਾਸ ਸਥਾਨ ਖਤਮ ਹੋ ਜਾਣਗੇ। ਨੰਬਰ 2, ਵਾਤਾਵਰਨ ਦਾ ਸੰਤੁਲਨ ਵਿਗੜ ਜਾਵੇਗਾ।
नंबर 3 गर्मी वध जाएगी। नंबर 4 वर्खा घट जाएगी। नंबर 5 भौं होर वध जाएगा। नंबर 6 ऑक्सीजन का पद्धर घट जाएगा। नंबर 7 कुदरती आफतां जिमें हड़ सोका आदि वध जाणगे। प्रश्न नंबर 7 अपने स्थानक खेत्र विच हरियाली बनाई रखण विच तुसीं की योगदान पा सकते हो। अपने द्वारा कीतियां जाण वालियां क्रियावां की सूची बनाओ। इसका उत्तर है सानू वध तो वध दरख्त लगाने चाहिए हैं, सानू दरख्तां की कटाई नहीं करनी चाहिए, लोकां नू दरख्तां दे लाभ ਅਤੇ कटाई के बुरा प्रभावां बारे जागरूक करना चाहिए है। प्रश्न नंबर 8 जंगलों की अन्नेवाही कटाई बरखा नू किवें घटाउंदी है। विस्तार सहित वर्णन करो। उत्तर असी जानते हाँ कि पौधे वाष्पीकरण द्वारा बदल निर्माण ਅਤੇ बरखा लियाउण विच सहायता करते हैं। इसलिए जंगलों की कटाई नाल बरखा विच कमी आवेगी। प्रश्न नंबर 9 सानू कागज़ की बचत क्यों करनी चाहिए है। उन्हां क्रियावां की सूची बनाओ जिन्हां नाल तुसीं कागज़ की बचत कर सकते हो। उत्तर क्योंकि कागज़ दरख्तां की पल्प तो तैयार किया जाता है, इसलिए कागज़ बनाउण लई दरख्तां की कटाई करनी पैंदी है। इसलिए सानू कागज़ की बचत करनी चाहिए है। कागज़ की बचत लई सानू हेठ लिखे काम करने चाहिए हैं। नंबर 1 रद्दी कागज़ नू मुड़ उत्पादन लई फैक्ट्रियां विच भेजना चाहिए है। रद्दी कागज़ की मुड़ वरतों लिफाफे आदि बनाउण लई करनी चाहिए है। कागज़ की फालती वरतों नहीं करनी चाहिए। नंबर 4 कापियां दे बचे हुए सफ़ियां ते रफ कम लई कापी बना लेनी चाहिए है। प्रश्न नंबर 11 पहेली उत्तर उपर तो हेठा वाल। हाँ जी बेटे आप जिहड़े तुहाडी बुक दे विच लास्ट 11 नंबर क्वेश्चन आ उहदे विच आपां एक डब्बे बने हुए हैं ना, उन्हां विच खाली थावां भरनियां है। जिद्दां उपर तो हेठा वाल नूं आ पहला प्रश्न सी अलोप हो चुकियां प्रजातियां की सूचना देण वाली पुस्तक, उहदे विच आपां पूरा उहनूं करांगे उहदे कॉलम जिहड़े उपर तो हेठा वाल नूं रैड डाटा बुक। दूजा सी दूजे विच आपां पौदिਆਂ ਜੰਤੂਆਂ ਅਤੇ सूक्ष्म जीवां ਦੀਆਂ भिन्न भिन्न किस्मां ਅਤੇ विभिन्नता ਦਾ ਸਮੂਹ। ਇਹ ਜੈਵਿਕ ਵਿਭਿੰਨਤਾ ਇਹ ਖੱਬੇ ਸੱਜੇ ਤੋਂ ਖੱਬੇ ਪਾਸੇ ਵੱਲ ਨੂੰ ਜਿਹੜਾ ਭਰਾਂਗੇ ਇਹਦੇ ਵਿੱਚ। ਅਗਲਾ ਹੈ ਧਰਤੀ ਦਾ ਉਹ ਭਾਗ ਜਿਸ ਵਿੱਚ ਜੀਵ ਪਾਏ ਜਾਂਦੇ ਹਨ, ਉਹਨੂੰ ਕਹਿੰਦੇ ਜੈਵ ਮੰਡਲ। ਅਗਲਾ ਖਾਤਮੇ ਦੇ ਕੰਢੇ ਤੇ ਪ੍ਰਜਾਤੀਆਂ, ਉਹਨੂੰ ਕਹਿੰਦੇ ਸੰਕਟਕਾਲੀਨ ਪ੍ਰਜਾਤੀਆਂ। ਹੁਣ ਇਸ ਤੋਂ ਬਾਅਦ ਆਪਾਂ ਇਲਾਵਾ ਜਿਹੜੇ ਆ ਬਹੁਤ ਵਿਕਲਪੀ ਪ੍ਰਸ਼ਨ ਉੱਤਰ ਨੰਬਰ ਕਰਾਂਗੇ ਇੱਕ ਇੱਕ ਨੰਬਰ ਵਾਲੇ। ਇਹ ਬੇਟੇ ਤੁਸੀਂ ਕਰ ਲੈਣੇ ਆ। ਦੇਖੋ ਪਹਿਲਾ ਪ੍ਰਸ਼ਨ ਕੀ ਆ, ਇਹ ਤੁਸੀਂ ਆਪ ਪੜ੍ਹ ਕੇ ਇਹਨਾਂ ਨੂੰ ਆਪ ਸੋਲਵ ਕਰਨਾ। ਇਹਦੇ ਉੱਤੇ ਟਿਕ ਲੱਗਾ ਹੋਇਆ ਆ। ਸਾਰੇ ਪ੍ਰਸ਼ਨ ਉੱਤਰ ਜਿਹੜੇ ਆ ਨਾ ਇਹਨਾਂ ਦੇ ਉੱਤੇ ਟਿਕ ਲੱਗਾ ਹੋਇਆ ਆ ਅਤੇ ਤੁਸੀਂ ਉਹ ਜਿਹੜੇ ਟਿਕ ਵਾਲੇ ਆ, ਜਿੱਦਾਂ ਪਹਿਲੇ ਦਾ ਆਨਸਰ ਜਿਹੜਾ ਹੈ ਪ੍ਰਵਾਸੀ ਪੰਛੀ, ਠੀਕ ਆ, ਪਹਿਲੇ ਦਾ ਪ੍ਰਵਾਸੀ ਪੰਛੀ ਆਏਗਾ ਜਿਹੜਾ ਪ੍ਰਸ਼ਨ ਤੁਸੀਂ ਪੜ੍ਹ ਲੈਣਾ ਆਪ ਅਤੇ ਉੱਤਰ ਆਪ ਆਪਸ਼ਨ ਲੈ ਕੇ ਆਪ ਸੋਲਵ ਕਰਨੇ ਆ। ਅਤੇ ਬਾਕੀ ਵੀ ਜਿਹੜੇ ਇਹਨਾਂ ਦੇ ਨਾਲ ਦੇ ਇਸੇ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਉੱਤਰ ਸਾਰੇ ਦਿੱਤੇ ਗਏ ਆ ਤੁਹਾਨੂੰ, ਠੀਕ ਹੈ, ਉਹ ਤੁਸੀਂ ਆਪ ਕਰ ਲੈਣੇ ਆ। ਟਿਕ ਵਾਲਾ ਆਨਸਰ ਜਿਹੜਾ ਸਹੀ ਆਨਸਰ ਹੋਵੇਗਾ। ਹਾਂਜੀ ਜਿਹੜਾ ਦੂਜਾ ਪ੍ਰਸ਼ਨ ਆ ਇਹਦਾ ਉੱਤਰ ਹੈਗਾ ਸੰਕਟਕਾਲੀਨ ਪ੍ਰਜਾਤੀਆਂ, ਠੀਕ ਹੈ, ਇਹ ਆਪਾਂ ਕਰ ਲੈਣਾ। ਅਗਲਾ ਜਿੱਦਾਂ ਤੀਜਾ ਪ੍ਰਸ਼ਨ ਆ, ਉਮੇਸ਼ ਪਿਛਲੇ ਹਫ਼ਤੇ ਧਰਮਸ਼ਾਲਾ ਵਿਖੇ ਘੁੰਮਣ ਗਿਆ, ਉੱਥੇ ਉਸਨੇ ਦੇਵਦਾਰ ਅਤੇ ਚੀਲ ਦੇ ਪੌਦੇ ਵੇਖੇ। ਉਸਨੇ ਉੱਥੇ ਕੁਝ ਇਸ ਤਰ੍ਹਾਂ ਦੇ ਜੀਵ ਜੰਤੂ ਵੀ ਵੇਖੇ ਜਿਹੜੇ ਕਿ ਉਸ ਖੇਤਰ ਵਿੱਚ ਵਿਖਾਈ ਦਿੰਦੇ ਹਨ। ਇਹਨਾਂ ਨੂੰ ਕੀ ਕਹਿੰਦੇ ਆਪਾਂ, ਸਥਾਨਕ ਪ੍ਰਜਾਤੀਆਂ। ਅਗਲਾ ਕੁਐਸਚਨ ਪ੍ਰਸ਼ਨ ਨੰਬਰ 4 ਰਜਿੰਦਰ ਜੂਨ ਦੀਆਂ ਛੁੱਟੀਆਂ ਵਿੱਚ ਦਿੱਲੀ ਵਿਖੇ ਚਿੜੀਆਘਰ ਘੁੰਮਣ ਲਈ ਗਿਆ। ਉਸਨੇ ਉੱਥੇ ਰਾਸ਼ਟਰੀ ਬਾਗ ਵੇਖਿਆ। ਉਸ ਦੇ ਅਧਿਆਪਕ ਨੇ ਦੱਸਿਆ ਕਿ ਇਹ ਪ੍ਰਜਾਤੀ ਖਾਤਮੇ ਦੀ ਕਗਾਰ 'ਤੇ ਹੈ। ਇਸ ਦੇ ਅਤੇ ਰਜਿੰਦਰ ਨੇ ਅਧਿਆਪਕ ਨੂੰ ਉਸ ਦੇ ਰਿਕਾਰਡ ਰੱਖਣ ਬਾਰੇ ਪੁੱਛਿਆ। ਅਧਿਆਪਕ ਨੇ ਕੀ ਉੱਤਰ ਦਿੱਤਾ ਹੋਵੇਗਾ। ਸਾਨੂੰ ਜਿਵੇਂ ਕਿ ਪਤਾ ਆਪਾਂ ਪਿੱਛੇ ਹੀ ਪੜ੍ਹ ਚੁੱਕੇ ਹਾਂ ਕਿ ਸੰਕਟਕਾਲੀਨ ਜਿਹੜੀਆਂ ਪ੍ਰਜਾਤੀਆਂ ਕਿਹੜੀ ਬੁੱਕ ਦੇ ਵਿੱਚ ਰੱਖਦੇ ਆਪਾਂ ਉਹਨਾਂ ਨੂੰ, ਰੈੱਡ ਡਾਟਾ ਬੁੱਕ ਵਿੱਚ। ਕਿਹੜੀ, ਰੈੱਡ ਡਾਟਾ ਬੁੱਕ। ਇਸੇ ਤਰ੍ਹਾਂ ਸਾਡਾ ਪੰਜਵਾਂ ਪ੍ਰਸ਼ਨ ਹੈ, ਸੁਖਵਿੰਦਰ ਨੇ ਸਤਪੁੜਾ ਨੈਸ਼ਨਲ ਪਾਰਕ ਘੁੰਮਦੇ ਹੋਏ ਇੱਕ ਬੋਰਡ ਵੇਖਿਆ ਜਿਸ ਉੱਤੇ ਟਾਈਗਰ ਰਿਜ਼ਰਵ ਲਿਖਿਆ ਹੋਇਆ ਸੀ। ਉਸਨੇ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਅਧਿਆਪਕ ਤੋਂ ਪੁੱਛਿਆ। ਅਧਿਆਪਕ ਵੱਲੋਂ ਉਸ ਨੂੰ ਇਸ ਸੰਬੰਧ ਵਿੱਚ ਕੀ ਦੱਸਿਆ ਹੋਵੇਗਾ।
ਦੱਸਿਆ ਹੋਵੇਗਾ ਕਿ ਬਾਘਾਂ ਦੀ ਹੋਂਦ ਬਚਾਉਣ ਲਈ ਇਸ ਨੂੰ ਇਸ ਤਰ੍ਹਾਂ ਜਿਹੜੇ ਆ ਰਿਜ਼ਰਵ, ਟਾਈਗਰ ਰਿਜ਼ਰਵ ਆਪਾਂ ਕੀ ਆ ਉਹ ਬਣਾਏ ਹੋਏ ਨੇ ਥਾਂ, ਠੀਕ ਆ, ਪਾਰਕ, ਨੈਸ਼ਨਲ ਪਾਰਕ। 6ਵਾਂ, ਨੀਰਜ ਅਤੇ ਭਾਰਤ ਨੂੰ ਪੰਚਮੜੀ ਜੀਵ ਮੰਡਲ ਰਿਜ਼ਰਵ ਵੇਖਣ ਕਿਸ ਰਾਜ ਵਿੱਚ ਜਾਣਾ ਪਵੇਗਾ? ਮੱਧ ਪ੍ਰਦੇਸ਼ ਵਿੱਚ ਆ ਬੇਟੇ। ਕਿਹੜਾ ਪੰਚਮੜੀ ਜੀਵ ਮੰਡਲ ਰਿਜ਼ਰਵ ਕਿੱਥੇ ਆ? ਮੱਧ ਪ੍ਰਦੇਸ਼ ਵਿੱਚ। ਨੰਬਰ 7, ਅਮਨ ਆਪਣੇ ਘਰ ਤੋਂ ਮਾਮਾ ਜੀ ਦੇ ਘਰ ਜੰਗਲ ਦੇ ਰਸਤੇ ਜਾ ਰਿਹਾ ਸੀ। ਉਸ ਨੇ ਵੇਖਿਆ ਕਿ ਉਹ ਕੁਝ ਲੋਕ ਰੁੱਖਾਂ ਦੀ ਕਟਾਈ ਕਰ ਰਹੇ ਸੀ। ਉਸ ਨੇ ਉਹਨਾਂ ਰੁੱਖਾਂ ਨੂੰ ਨਾ ਕੱਟਣ ਦੀ ਸਲਾਹ ਦਿੱਤੀ ਤਾਂ ਜੋ ਉੱਪਰਲੇ ਸਾਰੇ ਆਨਸਰ ਆਏਗਾ। ਭੌਂ ਖੋਰ ਬਚਾਉਣ ਲਈ, ਜੀਵਾਂ ਦੇ ਨਿਵਾਸ ਸਥਾਨ ਨੂੰ ਬਚਾਉਣ ਲਈ, ਆਕਸੀਜਨ ਦੇ ਸੰਤੁਲਨ ਲਈ, ਇਹ ਸਾਰੇ ਉਪਰੋਕਤ। ਇਸ ਕਰਕੇ ਦਾ ਉਸ ਉੱਤਰ ਆਏਗਾ ਉਪਰੋਕਤ ਸਾਰੇ। ਜੰਗਲੀ ਜੀਵਨ ਰੱਖ ਉਹ ਸਥਾਨ ਹਨ ਜਿੱਥੇ ਜੰਗਲੀ ਜਾਨਵਰਾਂ ਦੀ ਰੱਖਿਆ ਕੀਤੀ ਜਾਂਦੀ ਹੈ। ਇਸ ਦਾ ਉੱਤਰ ਹੈ ਜਿੱਥੇ ਜੰਗਲੀ ਜਾਨਵਰਾਂ ਦੀ ਰੱਖਿਆ ਕੀਤੀ ਜਾਂਦੀ ਹੈ। ਨੰਬਰ 9, ਪ੍ਰਵਾਸੀ ਪੰਛੀ ਜਲਵਾਯੂ ਪਰਿਵਰਤਨ ਕਾਰਨ ਲੰਬੀਆਂ ਦੂਰੀਆਂ ਤੈਅ ਕਰਦੇ ਹਨ। ਇਸ ਵਿੱਚ ਖਾਲੀ ਥਾਂ ਭਰਾਂਗੇ ਜਲਵਾਯੂ ਪਰਿਵਰਤਨ। ਨੰਬਰ 10, ਜਗਜੀਤ ਆਪਣੇ ਪਿਤਾ ਜੀ ਨਾਲ ਹੁਸ਼ਿਆਰਪੁਰ ਵਿਖੇ ਜਾ ਰਿਹਾ ਸੀ। ਰਾਸਤੇ ਵਿੱਚ ਉਸ ਨੇ ਇੱਕ ਜੰਗਲ ਅਤੇ ਜੰਗਲੀ ਜੀਵਨ ਬਚਾਉਣ ਦਾ ਬੋਰਡ ਪੜ੍ਹਿਆ। ਉਸ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਸਾਨੂੰ ਇਸ ਦੀ ਸੁਰੱਖਿਆ ਕਿਉਂ ਕਰਨੀ ਚਾਹੀਦੀ ਹੈ, ਤਾਂ ਉਸ ਦੇ ਪਿਤਾ ਨੇ ਉਪਰੋਕਤ ਸਾਰੇ ਜਵਾਬ ਦਿੱਤੇ। ਇਸ ਨਾਲ ਪ੍ਰਿਥਵੀ ਦੇ ਤਾਪਮਾਨ ਵਿੱਚ ਵਾਧਾ ਨਹੀਂ ਹੁੰਦਾ, ਇਸ ਨਾਲ ਸਾਡਾ ਸੰਤੁਲਨ ਨਹੀਂ ਵਿਗੜਦਾ, ਇਸ ਨਾਲ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਵਿੱਚ ਵਾਧਾ ਨਹੀਂ ਹੁੰਦਾ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਜੋ ਹੈ ਜੰਗਲੀ ਜੀਵਨ ਭਾਵ ਕਿ ਪੌਦੇ ਅਤੇ ਜੰਤੂਆਂ ਨੂੰ ਬਚਾਉਣਾ ਚਾਹੀਦਾ ਹੈ। ਇਸ ਕਰਕੇ ਇਸ ਦਾ ਉੱਤਰ ਆਏਗਾ ਉਪਰੋਕਤ ਸਾਰੇ। 11, ਜੈਵ ਵਿਭਿੰਨਤਾ ਤੋਂ ਕੀ ਭਾਵ ਹੈ? ਜੈਵ ਵਿਭਿੰਨਤਾ ਕੀ ਆ? ਜਿੱਥੇ ਕਈ ਤਰ੍ਹਾਂ ਦੇ ਪੌਦੇ, ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦਾ ਆਪਸ ਵਿੱਚ ਅਤੇ ਵਾਤਾਵਰਨ ਨਾਲ ਸੰਬੰਧ ਹੋਵੇ, ਉਸ ਨੂੰ ਆਪਾਂ ਜੈਵਿਕ ਵਿਭਿੰਨਤਾ ਕਹਿੰਦੇ ਹਾਂ। ਸੋ ਬਾਕੀ ਜੋ ਲੈਸਨ ਸਾਡੇ ਸਾਰੇ ਇਸ ਕਲਾਸਾਂ ਦੇ ਸਾਇੰਸ ਦੇ ਰਹਿੰਦੇ ਹਨ ਉਹ ਵੀ ਤੁਹਾਡੇ ਨਾਲ ਮੈਂ ਸਾਂਝੇ ਕਰਦਾ ਰਹਾਂਗਾ। ਇਸ ਲਈ ਮੇਰੇ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ, ਲਾਈਕ ਕਰੋ ਐਂਡ ਸ਼ੇਅਰ ਕਰੋ। ਥੈਂਕ ਯੂ, ਆਲ ਦਾ ਬੈਸਟ।